प्रकाशक होके सारिਆਂ ਦੇ ਵਿੱਚ आप ही बैठा। ਸਾਰਿਆਂ ਦੇ ਅੰਦਰ ਵੀ ਆਪਣੇ ਤੇ ਸਾਰਿਆਂ ਦੇ ਬਾਹਰ ਵੀ ਹੈ। ਜੀਵ ਰੂਪ ਵੀ ਹੈ, ਈਸ਼ਰ ਰੂਪ ਵੀ ਹੈ ਤੇ ਸ਼ੁੱਧ ਰੂਪ ਵੀ ਉਹ ਆਪ ਹੀ ਹੈ। ਇਸ ਕਰਕੇ ਇਹਦਾ ਇੰਨੇ ਦਾ ਹੀ ਭਾਵ ਇੰਨਾ ਬਣਦਾ ਕਿ ਆਪੇ ਆਪ ਨਿਰੰਜਨ ਸੋਏ। ਉਹ ਆਪੇ ਆਪ ਦਾ ਭਾਵ ਹੈ ਕਿ ਆਪੇ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤਦਾ ਹੈ, ਆਪ ਹੀ ਸ਼ੁੱਧ ਰੂਪ ਹੋ ਕੇ ਬੈਠਾ ਅੰਦਰ। ਹੁਣ ਸ਼ੁੱਧ ਰੂਪ ਇਉਂ ਬੈਠਾ ਹੋ ਕੇ ਜਿਵੇਂ ਇੱਕ ਘੜੇ ਵਿੱਚ ਪਾਣੀ, ਇੱਕ ਨਦੀ ਵਿੱਚ ਪਾਣੀ, ਇੱਕ ਸਮੁੰਦਰ ਵਿੱਚ ਪਾਣੀ। ਹੁਣ ਘੜੇ ਵਿੱਚ ਵੀ ਪਾਣੀ ਉਹੀ ਹੈ, ਨਹਿਰ ਵਿੱਚ ਨਦੀ ਵਿੱਚ ਵੀ ਉਹੀ ਪਾਣੀ ਹੈ, ਸਮੁੰਦਰ ਵਿੱਚ ਵੀ ਉਹੀ ਪਾਣੀ ਹੈ। ਸਮੁੰਦਰ ਹੈਗਾ ਬ੍ਰਹਮ, ਨਦੀ ਹੈਗੀ ਈਸ਼ਰ ਤੇ ਘੜਾ ਹੈਗਾ ਜੀਵ। ਹੁਣ ਇਹਨਾਂ ਤਿੰਨਾਂ ਦਾ ਆਪਾਂ ਛੋਟਾ ਵੱਡਾ ਨਾ ਗਿਣੋ, ਨਾ ਗਿਣੋ ਕਿ ਘੜਾ ਬਹੁਤ ਛੋਟਾ, ਨਦੀ ਸਮੁੰਦਰ ਤੋਂ ਬਹੁਤ ਛੋਟੀ ਹੈ, ਸਮੁੰਦਰ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਤਿੰਨਾਂ ਦਾ ਜਲ ਰੂਪ ਅੰਸ਼ ਲੈ ਲਓ। ਘੜੇ ਵਿੱਚ ਵੀ ਪਾਣੀ, ਨਦੀ ਵਿੱਚ ਵੀ ਪਾਣੀ ਤੇ ਸਮੁੰਦਰ ਵਿੱਚ ਵੀ ਪਾਣੀ। ਇਸੇ ਤਰ੍ਹਾਂ ਹੀ ਜੀਵਾਂ ਦੇ ਵਿੱਚ ਵੀ ਵਾਹਿਗੁਰੂ, ਈਸ਼ਰ ਦੇ ਵਿੱਚ ਵੀ ਵਾਹਿਗੁਰੂ ਤੇ ਆਪ ਵੀ ਹੈ ਉਹ ਵਾਹਿਗੁਰੂ ਨਿਰਗੁਣ ਰੂਪ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ। ਉਹ ਜੋ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਆ, ਆਪੇ ਆਪ ਹੀ ਹੈ ਸਾਰਾ ਕੁਝ। ਇਹਦਾ ਮਤਲਬ ਕੀ ਆ? ਆਲ ਇਨ ਆਲ, ਸਾਰਾ ਕੁਝ ਆਪ ਹੀ ਹੈ। ਜਿਵੇਂ ਕਈ ਵਾਰ ਅਖਬਾਰਾਂ 'ਚ ਆਉਂਦਾ ਵੀ ਕਿਸੇ ਬੜੀ ਦੂਰ ਦੁਰਾਡੇ ਪੇਂਡੂ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਨਹੀਂ ਆਉਂਦਾ, ਮਾਸਟਰ ਵੀ ਨਹੀਂ ਆਉਂਦਾ। ਉੱਥੇ ਕੌਣ ਹੈ? ਕਹਿੰਦੇ ਇੱਕ ਚਪੜਾਸੀ ਹੈ। ਉਹ ਚਪੜਾਸੀ ਹੋਈ ਪ੍ਰਿੰਸੀਪਲ ਦੇ ਸਾਈਨ ਕਰ ਦਿੰਦਾ, ਉਹੀ ਮਾਸਟਰ ਦੇ ਸਾਈਨ ਕਰ ਛੱਡਦਾ, ਉਹੀ ਮਾੜੀ ਮੋਟੀ ਉਹ ਵੀ 8-10 ਪੜ੍ਹਿਆ ਹੋਇਆ ਉਹ ਕਲਾਸਾਂ ਲਾ ਲੈਂਦਾ। ਪ੍ਰਾਇਮਰੀ ਸਕੂਲ ਆ, ਹੈਡ ਮਾਸਟਰ ਵੀ ਆਪ ਹੀ ਬਣ ਜਾਂਦਾ, ਉਹ ਵੀ ਆਪੇ ਆਪ ਹੀ ਬਣਿਆ ਹੋਇਆ ਉੱਥੇ ਸਾਰਾ ਕੁਝ। ਬ੍ਰਹਮ ਵੀ ਸਾਰਾ ਕੁਝ ਆਪੇ ਹੀ ਹੈ, ਕਥਾ ਵੀ ਆਪੇ ਕਰੀ ਜਾਂਦਾ। ਸੁਣ ਤੁਹਾਡੇ ਵਿੱਚ ਵੀ ਆਪੇ ਬੈਠ ਕੇ ਸੁਣੀ ਜਾਂਦੇ, ਤੁਸੀਂ ਹਾਂ ਹਾਂ ਕਰੀ ਜਾਂਦੇ ਹੋ। ਮੈਂ ਕਹਿੰਦਾ ਮੈਂ ਕਥਾ ਕਰ ਰਿਹਾ ਤੇ ਤੁਸੀਂ ਸੁਣੀ ਜਾਂਦੇ ਹੋ। ਆਪਾਂ ਨੂੰ ਭੁਲੇਖਾ ਕਿ ਮੈਂ ਕਰਦਾ, ਤੁਹਾਨੂੰ ਭੁਲੇਖਾ ਮੈਂ ਸੁਣਦਾ। ਸਾਨੂੰ ਸਭ ਨੂੰ ਭੁਲੇਖਾ ਪਾਈ ਬੈਠਾ। ਕਰੀ ਜਾਂਦਾ ਆਪ ਹੀ ਸਾਰਾ ਕੁਝ, ਨਾ ਮੈਂ ਕਰਦਾ ਨਾ ਤੁਸੀਂ ਕਰਦੇ ਹੋ ਕੁਝ। ਆਪਾਂ ਮਿੱਟੀ ਦੇ ਪੁਤਲੇ ਹਾਂ, ਮਿੱਟੀ ਦੇ ਪੁਤਲੇ ਵਿਚਾਰੇ ਨੇ ਕੀ ਕਰਨਾ? ਬ੍ਰਹਮ ਦੀ ਚੇਤਨ ਸੱਤਾ ਹੀ ਆਪਾਂ ਤੋਂ ਸਾਰਾ ਕੰਮ ਕਰਵਾ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਸ ਕਰਕੇ ਉਹ ਨਿਰੰਜਨ ਸ਼ੁੱਧ ਪਰਮੇਸ਼ਰ ਸਾਰੇ ਕਿਤੇ ਵਿਆਪਕ ਰੂਪ ਹੋ ਕੇ, ਇਸੇ ਕਰਕੇ ਤਾਂ ਉਹ ਹੈ ਨਿਰਭਉ। ਉਹ ਨਿਰਭਉ ਇਸੇ ਕਰਕੇ ਹੀ ਆ ਕਿ ਉਹ ਜੀਵ ਦੇ ਵਿੱਚ ਵੀ ਆਪ ਹੀ ਬੈਠਾ, ਈਸ਼ਰ ਵਿੱਚ ਵੀ ਆਪ ਹੀ ਬੈਠਾ, ਸਰਗੁਣ ਵਿੱਚ ਵੀ ਆਪ ਹੀ ਬੈਠਾ, ਨਿਰਗੁਣ ਵਿੱਚ ਵੀ ਆਪ ਹੀ ਬੈਠਾ। ਹੁਣ ਲੜਾਈ ਕਿਹਦੇ ਨਾਲ ਹੋਣੀ ਇਹਨਾਂ ਦੀ? ਨਿਰਵੈਰ ਵੀ ਇਸੇ ਕਰਕੇ ਹੀ ਆ ਕਿਉਂਕਿ ਨਿਰਵੈਰ ਵੈਰ ਕਿਹਦੇ ਨਾਲ ਕਰਨਾ? ਜਦੋਂ ਮੈਂ ਵੀ ਤੁਹਾਡੇ 'ਚ ਬੈਠਾ, ਤੁਸੀਂ ਮੇਰੇ 'ਚ ਬੈਠੇ ਹੋ। ਹੁਣ ਲੜਨਾ ਕਿਹਦੇ ਨਾਲ? ਜਦੋਂ ਐਸੀ ਅਵਸਥਾ ਪਹੁੰਚ ਗਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸੋ ਜਿਵੇਂ ਬਾਬਾ ਗੁਰੂ ਅਰਜਨ ਸਿੰਘ ਜੀ ਖਾਲਸਾ ਇਉਂ ਪਲੰਘ ਦੇ ਉੱਤੇ ਬੈਠੇ ਸਿੰਘਾਂ ਨਾਲ ਭਜਨ ਕਰਦੇ ਨੇ, ਅਚਾਨਕ ਇਉਂ ਹਵਾ ਦੇ ਵਿੱਚੋਂ ਇੱਕ ਮਹਾਤਮਾ ਪ੍ਰਗਟ ਹੋ ਗਿਆ। ਮਹਾਂਪੁਰਸ਼ ਜਲਦੀ ਨਾਲ ਉੱਠ ਕੇ ਕਾਹਲੀ ਨਾਲ ਖੜੇ ਹੋਏ, ਕਹਿੰਦੇ ਲਿਆਓ ਪਲੰਘ ਲਿਆਓ, ਜਲਦੀ ਕਰੋ। ਪਲੰਘ ਵਿਛਾਇਆ, ਉਹਨਾਂ ਨੂੰ ਬਿਠਾਇਆ। ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰਦੇ ਮੈਂ ਆ ਜਾਂਦਾ ਉੱਥੇ, ਤੁਸੀਂ ਕਿਉਂ ਆਏ? ਖੇਚਲ ਕੀਤੀ। ਕਹਿੰਦੇ ਨਹੀਂ, ਮੇਰੇ ਮਨ ਤਾਂ ਅੱਜ ਨਾ ਇੱਕ ਸੰਕਲਪ ਆਇਆ ਬੈਠੇ ਨੇ। ਕਹਿੰਦੇ ਕੀ ਆਇਆ? ਕਹਿੰਦੇ ਗੁਰਬਚਨ ਸਿੰਘ ਤੂੰ ਬ੍ਰਹਮ ਗਿਆਨ 'ਚ ਚਲਿਆ ਗਿਆ। ਆਹ ਸਾਹਮਣੇ ਜਿਹੜੇ ਜੀਵ ਬੈਠੇ ਨੇ ਇਹ ਬ੍ਰਹਮ ਰੂਪ ਨੇ, ਇਹਨਾਂ ਵਿੱਚ ਵੀ ਤੈਨੂੰ ਬ੍ਰਹਮ ਹੀ ਦਿਖਦਾ ਤੇ ਤੂੰ ਆਪ ਵੀ ਬ੍ਰਹਮ ਗਿਆਨੀ ਹੈ ਤੇ ਸਰਬ ਵਿਆਪਕ ਬ੍ਰਹਮ ਹੈ। ਆਹ ਜਿਹੜੀ ਤੂੰ ਕਥਾ ਕਰਕੇ ਸੁਣਾਉਣਾ, ਇਹ ਕੀ ਸੁਣਾਉਣਾ? ਬ੍ਰਹਮ ਨੂੰ ਬ੍ਰਹਮ ਉਪਦੇਸ਼ ਨਹੀਂ ਨਾ ਕਰ ਸਕਦਾ, ਤੈਨੂੰ ਤਾਂ ਇਹਨਾਂ 'ਚ ਬ੍ਰਹਮ ਨਹੀਂ ਦਿਖਦਾ ਸਾਰਿਆਂ 'ਚ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੁਹਾਨੂੰ ਮਹਾਂਪੁਰਸ਼ੋ ਇੰਨਾ ਵੀ ਤਾਂ ਪਤਾ ਨਾ, ਬ੍ਰਹਮ ਗਿਆਨੀ ਦੇ ਅਧੀਨ ਅਗਿਆਨ ਵੀ ਹੁੰਦਾ। ਮੈਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਆਪਣੇ ਆਪ ਤੇ ਪਰਦਾ ਪਾ ਕੇ ਫਿਰ ਇਹਨਾਂ ਨੂੰ ਉਪਦੇਸ਼ ਕਰਦਾ। ਕਿਵੇਂ? ਜਿਵੇਂ ਇੱਕ ਬੰਦੇ ਨੇ ਕੋਈ M.Ed ਪੜ੍ਹਿਆ ਹੋਇਆ ਬੰਦਾ, ਉਸ ਬੰਦੇ ਨੂੰ ਸਾਰਾ ਗਿਆਨ ਹੈ, ਚਾਹੇ ਉਹ ਪੰਜਾਬੀ ਦੀ M.A ਕੀਤੀ, ਫਿਰ M.Ed ਕਰ ਲਈ, ਉਹਨੇ ਟੀਚਰ ਲੱਗ ਗਿਆ। ਨੌਕਰੀਆਂ ਨਹੀਂ ਮਿਲਦੀਆਂ, ਚਲੋ ਪ੍ਰਾਇਮਰੀ ਸਕੂਲ 'ਚ ਹੀ ਸਹੀ, ਬਲੈਕ ਬੋਰਡ ਦੇ ਅੱਗੇ ਚਾਕ ਫੜ ਕੇ ਖੜਾ ਹੋ ਗਿਆ।
ਉਹ ਚੌਕ ਲੈ ਕੇ ਕਹਿੰਦਾ ਊੜਾ ਐੜਾ ਈੜੀ ਸੱਸਾ ਹਾ ਲਿਖ ਦਿੱਤਾ ਉਹਨੇ। ਪਰ ਉਸ ਬੰਦੇ ਨੂੰ ਕੀ ਲੋੜ ਹੈ ਊੜਾ ਐੜਾ ਈੜੀ ਸੱਸਾ ਹਾ ਲਿਖਣ ਦੀ, ਜਿਹੜਾ ਬੰਦਾ MA ਕਰ ਚੁੱਕਿਆ ਪੰਜਾਬੀ ਦੀ, MEd ਕੀਤੀ ਹੋਈ, ਤੇ ਤੈਨੂੰ ਲਿਖਣ ਦੀ ਕੀ ਲੋੜ ਜੇ ਉਹਨੂੰ ਕੋਈ ਪੁੱਛੇ। ਉਹ ਕਹਿੰਦਾ ਮੈਂ ਆਪਣੇ ਲਈ ਨਹੀਂ, ਮੈਂ ਆ ਜਿਹੜੇ ਕਲਾਸ ਹੈ ਨਾ ਮੇਰੀ, ਇਹਨੂੰ ਹਲੇ ਊੜਾ ਐੜਾ ਆਉਂਦਾ ਨਹੀਂ, ਇਹਦੇ ਵਾਸਤੇ ਲਿਖ ਰਿਹਾ। ਉੱਥੇ ਉਹ ਆਪਣੇ ਗਿਆਨ ਨੂੰ ਭੁੱਲ ਕੇ ਅਗਿਆਨ ਵਿੱਚ ਆ ਕੇ ਊੜਾ ਐੜਾ ਲਿਖਦਾ। ਵਾਸਤਵ ਤਾਂ ਉਹਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ ਹੈ। ਇਸੇ ਪ੍ਰਕਾਰ ਬ੍ਰਹਮ ਗਿਆਨੀ ਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ ਹੈ। ਫਿਰ ਵੀ ਆਪਣੇ ਆਪ ਨੂੰ ਛੋਟਾ ਬਣਾ ਕੇ ਇਹਨਾਂ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਛੋਟਾ ਬਣ ਕੇ ਉਹਨਾਂ ਨੂੰ ਉਪਦੇਸ਼ ਕਰਦਾ। ਬ੍ਰਹਮ ਨੇ ਵੀ ਇਹੀ ਕੀਤਾ। ਬ੍ਰਹਮ ਪਰਮੇਸ਼ਰ ਨੇ ਸਾਨੂੰ ਸਿੱਖਿਆ ਦੇਣ ਲਈ ਗੁਰੂ ਨਾਨਕ ਰੂਪ ਹੋ ਕੇ ਇੱਥੇ ਅਵਤਾਰ ਧਾਰਿਆ ਸ੍ਰਿਸ਼ਟੀ ਤੇ। ਸਧਾਰਨ ਤੌਰ ਤੇ ਸਾਡੇ ਵਾਂਗੂ ਹੀ ਵਿਚਰ ਕੇ ਆ ਕੇ ਪੂਰੀ ਮਰਿਆਦਾ ਨੂੰ ਨਿਭਾ ਕੇ 10 ਸਰੂਪਾਂ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਤਿਆਰ ਕਰਕੇ ਫਿਰ ਅਲੋਪ ਹੋ ਗਏ ਬ੍ਰਹਮ। ਫਿਰ ਸਾਨੂੰ ਆਪਣੀ ਧੁਰਕੀ ਬਾਣੀ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਆਪ ਹੀ ਹੈ ਸਾਰਾ ਕੁਝ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਉਸ ਬ੍ਰਹਮ ਦੀ ਸੇਵਾ ਕੀਤੀ, ਸੇਵਿਆ ਦਾ ਭਾਵ ਪਹਿਲਾਂ ਵੀ ਸੁਣ ਚੁੱਕੇ ਹਾਂ ਆਪਾਂ। ਜਿਨ੍ਹਾਂ ਨੇ ਉਹਨਾਂ ਨੂੰ ਸੇਵਿਆ ਹੈ, ਚਿੰਤਨ ਕੀਤਾ ਹੈ, ਉਹਦਾ ਭਜਨ ਕੀਤਾ ਹੈ, ਉਹਨਾਂ ਨੇ ਮਾਣ ਆਦਰ ਸਤਿਕਾਰ ਪ੍ਰਾਪਤ ਕੀਤਾ ਹੈ। ਇੱਥੇ ਗੱਲ ਨਹੀਂ ਮੁੱਕ ਜਾਂਦੀ ਮਾਣ ਆਦਰ ਤੇ ਹੀ। ਮੰਮਾ ਮਾਨ ਇਹ ਆਪਾਂ ਨਿਯਮ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ ਜਿੰਨੇ ਵੀ ਅੱਖਰ ਮੁਕਤੇ ਹੁੰਦੇ ਨੇ ਪਹਿਲੇ ਉਹਨਾਂ ਵਿੱਚੋਂ ਐੜਾ ਨਿਕਲਦਾ, ਸਿਹਾਰੀ ਵਿੱਚੋਂ ਈੜੀ ਨਿਕਲਦੀ ਹੈ, ਔਂਕੜ ਕਿਤੇ ਲੱਗਿਆ ਹੋਵੇ ਉਹ ਚੂੜਾ ਕੱਢ ਲਈਦਾ ਆਪਣੇ ਆਪ ਹੀ। ਮਹਾਰਾਜ ਕਹਿੰਦੇ ਇੱਥੇ ਹੀ ਗੱਲ ਨਹੀਂ ਮੁੱਕਣੀ ਕਿ ਮਾਨ ਪ੍ਰਾਪਤ ਕਰ ਲਿਆ ਸਿੱਧੋ। ਮਾਨ ਦਾ ਮਤਲਬ ਤਾਂ ਹੰਕਾਰ ਵੀ ਹੁੰਦਾ। ਦੇਖੋ ਇੱਕ ਮਾਣ ਉਹ ਹੈ ਜਿਹੜਾ ਦੁਨਿਆਵੀ ਹੈ। ਦੁਨਿਆਵੀ ਮਾਣ ਬੰਦੇ ਨੂੰ ਮਿਲ ਜਾਏ, ਅਹੁਦਾ ਮਿਲ ਜਾਏ, ਉੱਚੀ ਪਦਵੀ ਮਿਲ ਜਾਏ, ਉਹ ਬੰਦੇ ਦਾ ਦਿਮਾਗ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ, ਅੰਨਾ ਬੋਲਾ ਹੋ ਜਾਂਦਾ, ਹੰਕਾਰੀ ਹੋ ਜਾਂਦਾ। ਦੋ ਪ੍ਰਕਾਰ ਦਾ ਮਾਣ ਹੈ। ਇੱਕ ਬ੍ਰਹਮ ਵੱਲੋਂ ਮਾਣ ਮਿਲਦਾ, ਸ਼ੁੱਧ ਮਾਣ। ਇੱਕ ਮਾਇਆ ਵੱਲੋਂ ਮਾਣ ਮਿਲਦਾ, ਉਹ ਮੈਲਾ ਮਾਣ ਹੁੰਦਾ। ਦੋ ਪ੍ਰਕਾਰ ਦਾ ਮਾਣ ਹੈ। ਇਸ ਮਾਨ ਦੇ ਮੰਮੇ ਵਿੱਚੋਂ ਐੜਾ ਕੱਢ ਕੇ ਅਸੀਂ ਆਪਣੇ ਪ੍ਰੇਮੀ ਨੂੰ ਅਮਾਨ ਬਣਾਉਂਦੇ ਹਾਂ। ਅਮਾਨ, ਮਾਣ ਤੋਂ ਰਹਿਤ, ਨਿਮਰਤਾ ਵਾਲਾ। ਕਿਵੇਂ? ਬਹੁਤ ਉੱਚਾ ਜਾ ਕੇ ਵੀ ਮੇਰਾ ਗੁਰਸਿੱਖ ਨੀਵਾਂ ਹੀ ਰਹਿੰਦਾ। ਜਿੰਨੀ ਮਰਜ਼ੀ ਉੱਚੀ ਅਵਸਥਾ ਦਾ ਮਾਲਕ ਬਣ ਜਾਏ ਤਾਂ ਵੀ ਉਹਨੇ ਨਿਮਰਤਾ ਵਿੱਚ ਹੀ ਰਹਿਣਾ ਹੈ। ਇਸ ਮਾਨ ਦੇ ਵਿੱਚ ਹੀ ਅਮਾਨ ਲੁਕਿਆ ਹੋਇਆ। ਦੁਨਿਆਵੀ ਤੌਰ ਤੇ ਆਪਾਂ ਜਿੰਨੇ ਕੰਮ ਕਰਦੇ ਹਾਂ ਸੰਸਾਰ ਵਿੱਚ, ਜਿਹਨੂੰ ਮਾੜਾ ਜਿਹਾ ਕਿਤੇ 골ਡ ਮੈਡਲ ਮਿਲ ਜਾਏ, ਕੋਈ ਚੱਕਰ ਮਿਲ ਜਾਏ, ਕੁਛ ਹੋਰ ਅਹੁਦਾ ਮਿਲ ਜਾਏ, ਉਹਦੇ ਅੰਦਰ ਹੰਕਾਰ ਦਾ ਵਾਧਾ ਹੋ ਜਾਂਦਾ। ਪਰ ਮੇਰੇ ਕੋਲ ਜਦੋਂ ਗੁਰਸਿੱਖ ਆ ਕੇ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਤਾਂ ਮੈਂ ਉਹਨੂੰ ਅਮਾਨ ਬਣਾਉਣਾ। ਨਿਮਰਤਾ ਸਹਿਤ ਨਿਰਹੰਕਾਰ ਕਰਕੇ ਉਸ ਬੰਦੇ ਦਾ ਮਾਣ ਲੋਕ ਅਤੇ ਪਰਲੋਕ ਵਿੱਚ ਕਰਵਾ ਕੇ ਹੰਕਾਰ ਤੋਂ ਰਹਿਤ ਕਰ ਦਿੰਦਾ। ਉਸ ਬਾਬਾ ਲਹਿਣਾ ਜੀ ਨੂੰ ਜਿਵੇਂ ਕੀਤਾ ਸੀ ਆਪ ਜੀ ਨੇ, ਮੁਰਦਾ ਵੀ ਖਾਣ ਨੂੰ ਕਹਿਤਾ, ਮੁਰਦਾ ਵੀ ਖਾ, ਤੇ ਨਾਲੇ ਮਾਣ ਵੀ ਦੇ ਦਿੱਤਾ। ਦੋਨੋਂ ਹੀ ਕਰਮ ਕਰਤੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਨੂੰ ਅਸੀਂ ਸੱਚਾ ਮਾਣ ਬਖਸ਼ਿਸ਼ ਕਰਦੇ ਹਾਂ, ਹੰਕਾਰ ਤੋਂ ਰਹਿਤ ਕਰ ਦਿੰਦੇ ਹਾਂ। ਸੋ ਜਿਨ੍ਹਾਂ ਨੇ ਵਿਧੀ ਪੱਖ ਦੁਆਰਾ ਸੇਵਿਆ ਹੈ, ਵਿਧੀ ਪੱਖ ਦੁਆਰਾ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੇ ਉਹਦਾ ਮੰਨਣ ਗਿਆਨ ਪ੍ਰਾਪਤ ਕੀਤਾ ਹੈ। ਵਿਧੀ ਪੱਖ ਵਾਲੇ ਮੰਨਣ ਗਿਆਨ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ। ਉਹ 6 ਪ੍ਰਮਾਣਾਂ ਰਾਹੀਂ ਅਕਾਲ ਪੁਰਖ ਨੂੰ ਮੰਨਦੇ ਨੇ। ਵਿਧੀ ਪੱਖ ਵਾਲੇ ਉਹ ਕਿਵੇਂ ਜੀ? ਕਹਿੰਦੇ ਉਹ ਇਉਂ ਮੰਨਦੇ ਨੇ ਜਿਵੇਂ ਪਹਿਲਾ ਪ੍ਰਮਾਣ ਹੈ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਪ੍ਰਤੱਖ ਪ੍ਰਮਾਣ ਨਹੀਂ ਤਾਂ ਹੋਰ ਕੀ ਹੈ? ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹੀ ਪ੍ਰਤੱਖ ਪ੍ਰਮਾਣ ਹੈ। ਪ੍ਰਤੱਖ ਪ੍ਰਮਾਣ ਇਦੋਂ ਉੱਤੇ ਹੋਰ ਕੀ ਦਈਏ ਤੁਹਾਨੂੰ? ਕਿਹਾ ਦੁਨੀਆ ਤੁਰੀ ਫਿਰਦੀ ਹੈ, ਗੱਲਾਂ ਬਾਤਾਂ ਕਰਦੀ, ਬੋਲਦੇ ਉੱਠਦੇ ਨੇ, ਸ੍ਰਿਸ਼ਟੀ ਵੱਧ ਰਹੀ ਹੈ। ਇਹ ਬਿਨਾਂ ਚੇਤਨ ਸੱਤਾ ਤੋਂ ਤਾਂ ਨਹੀਂ ਵੱਧ ਰਹੀ ਹੈ।
ਚੇਤਨ ਸੱਤਾ ਕਰਕੇ ਹੀ ਵੱਧ ਰਹੀ ਹੈ। ਸੋ ਜਿਸ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਸਾਰਾ ਕੁਝ ਹੋ ਰਿਹਾ, ਆਪਾਂ ਜਾਣ ਰਹੇ ਹਾਂ, ਹੱਥ ਪੈਰ ਹਿੱਲ ਰਹੇ ਨੇ, ਬੰਦਾ ਗੱਲਾਂ ਬਾਤਾਂ ਕਰ ਰਿਹਾ ਹੈ, ਪੰਛੀ ਉੜੇ ਫਿਰਦੇ ਨੇ, ਦਰਖਤਾਂ ਦੀਆਂ ਕੁਰੰਬਲਾਂ ਫੁੱਟਦੀਆਂ, ਫੁੱਲ ਲੱਗਦੇ ਨੇ, ਫਿਰ ਫਲ ਲੱਗਦੇ ਨੇ, ਫਲਾਂ ਵਿੱਚ ਮਿੱਠਾ ਕੌਣ ਭਰਦਾ? ਇਹ ਚੇਤਨ ਸੱਤਾ ਹੀ ਤਾਂ ਹੈ। ਪ੍ਰਤੱਖ ਪ੍ਰਮਾਣ ਵਾਲਿਓਂ ਵਿਧੀ ਪੱਖ ਰਾਹੀਂ 6 ਵਿਧੀਆਂ ਰਾਹੀਂ ਉਸ ਨੂੰ ਜਾਣਨ ਦਾ ਮੰਨਣ ਗਿਆਨ ਪ੍ਰਾਪਤ ਕਰਦੇ ਨੇ। ਫਿਰ ਉਹਨਾਂ ਦੇ ਕੋਲ ਪਹਿਲਾ ਪ੍ਰਤੱਖ ਪ੍ਰਮਾਣ ਆ ਗਿਆ। ਹੁਣ ਉਹ ਕੀ ਕਰਦੇ ਨੇ? ਅਨੁਮਾਨ ਪ੍ਰਮਾਣ ਲਾਉਂਦੇ ਨੇ। ਅਨੁਮਾਨ ਲਾਉਣਾ ਇਸ ਤਰ੍ਹਾਂ, ਸੋ ਜਿਵੇਂ ਕਹਿੰਦੇ ਨੇ ਜਿੱਥੇ ਧੂੰਆਂ ਨਿਕਲਦਾ ਹੋਵੇ ਉੱਥੇ ਅਗਨੀ ਦਾ ਅਨੁਮਾਨ ਲਾਇਆ ਜਾਂਦਾ। ਰਸੋਈ ਵਿੱਚ ਜਾਂ ਬਾਹਰ ਕਿਤੇ, ਜਿੱਥੇ ਵੀ ਕਿਤੇ ਧੂੰਆਂ ਦੇਖਾਂਗੇ ਉੱਥੇ ਆਪਾਂ ਅੱਗ ਦਾ ਅਨੁਮਾਨ ਲਾਉਂਦੇ ਹਾਂ। ਇਹਦੇ ਨਾਲ ਨਾਲ ਆਪਾਂ ਫਿਰ ਅਨੁਮਾਨ ਲਾਉਂਦੇ ਹਾਂ ਹਰੇਕ ਚੀਜ਼ ਦਾ ਹੀ। ਕਿਸ ਤਰ੍ਹਾਂ? ਜਿਸ ਪ੍ਰਕਾਰ ਆਪਾਂ ਇਹ ਅਨੁਮਾਨ ਲਾਉਂਦੇ ਹਾਂ ਕਿ ਆਹ ਜਿਹੜੇ ਸਿਤਾਰੇ ਨੇ ਅਸਮਾਨ ਦੇ ਵਿੱਚ, ਚੰਦਰਮਾ ਹੈ, ਸੂਰਜ ਹੈ, ਸ੍ਰਿਸ਼ਟੀ ਹੈ, ਇਹ ਕਿਹਨੇ ਬਣਾਈ ਹੈ? ਇਹ ਅਨੁਮਾਨ ਲਾਉਂਦੇ ਹਾਂ ਆਪਾਂ। ਇਹਦਾ ਮਤਲਬ ਉਹ ਹੈ, ਇਹਦੇ ਪਿੱਛੇ ਕੋਈ ਚੇਤਨ ਸੱਤਾ ਕੰਮ ਕਰਦੀ। ਸੋ ਜਿਵੇਂ ਨਾਸਤਕ ਮੁਲਕਾਂ ਵਾਲਿਆਂ ਨੇ ਵੀ ਇਹ ਗੱਲ ਕਹਿ ਦਿੱਤੀ, ਰੱਬ ਨੂੰ ਸਿੱਧਾ ਤਾਂ ਨਹੀਂ ਮੰਨਦੇ ਉਹ, ਪਰ ਉਹਨਾਂ ਨੇ ਆਪਣੀ ਸਟੱਡੀ ਦੌਰਾਨ ਇਹ ਗੱਲ ਕਹੀ, ਕਹਿੰਦੇ ਜਿਹੜਾ ਪਰਮੇਸ਼ਰ ਆ ਉਹ ਤਾਂ ਨਹੀਂ ਅਸੀਂ ਮੰਨਦੇ ਵੀ ਹੈਗਾ, ਉਹ ਨਹੀਂ ਮੰਨਦੇ ਅਸੀਂ। ਇੱਕ ਗੱਲ ਜ਼ਰੂਰ ਮੰਨਦੇ ਆ ਕਿ ਆਹ ਜਿਹੜੇ ਪਹਾੜ ਨੇ, ਦਰਖਤ ਨੇ, ਧਰਤੀਆਂ ਨੇ, ਤਾਰੇ, ਚੰਦਰਮਾ, ਇਹਨਾਂ ਦੇ ਪਿੱਛੇ ਕੋਈ ਅਦਿੱਖ ਸ਼ਕਤੀ ਕੰਮ ਕਰ ਰਹੀ ਹੈ। ਵੈਸੇ ਅਸੀਂ ਰੱਬ ਨੂੰ ਨਹੀਂ ਮੰਨਦੇ। ਉਹ ਇਹ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਨੇ ਵਿਧੀ ਪੱਖ ਵਾਲੇ, ਉਹ ਅਨੁਮਾਨ ਲਾਉਂਦੇ ਨੇ। ਕਿਉਂਕਿ ਜਿਵੇਂ ਇੱਕ ਛੋਟੇ ਤੋਂ ਛੋਟਾ ਮਕਾਨ ਹੈ ਬਣਿਆ ਹੋਇਆ, ਉਹਦਾ ਅਨੁਮਾਨ ਲੱਗ ਜਾਂਦਾ ਵੀ ਇਹ ਜ਼ਰੂਰ ਮਿਸਤਰੀ ਨੇ ਬਣਾਇਆ ਹੋਵੇਗਾ। ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਨੂੰ ਦੇਖ ਕੇ ਅਨੁਮਾਨ ਲੱਗ ਜਾਂਦਾ ਹੈ ਕਿ ਆ ਜਿੰਨਾ ਕੁਝ ਬਣਿਆ ਹੋਇਆ ਹੈ, ਕੁਦਰਤ ਦਿਸਾ, ਕੁਦਰਤ ਸੁਣੀਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਇਹ ਸਾਰਾ ਕੁਝ ਕੁਦਰਤ ਨੇ ਬਣਾਇਆ। ਪਰ ਕੁਦਰਤ ਕਿਹਨੇ ਬਣਾਈ ਹੈ? ਕਾਦਰ ਨੇ। ਇਉਂ ਵਾਹਿਗੁਰੂ ਦਾ ਅੰਦਾਜ਼ਾ ਲਾ ਲੈਂਦੇ ਨੇ। ਫਿਰ ਤੀਸਰਾ ਪ੍ਰਮਾਣ ਉਹਨਾਂ ਦਾ ਹੁੰਦਾ ਉਪਮਾਨ ਪ੍ਰਮਾਣ, ਉਪਮਾ ਦੇਣੀ। ਸੋ ਜਿਵੇਂ ਕਿਸੇ ਨੂੰ ਉਪਮਾ ਦੇਈਏ ਆਪਾਂ, ਪਰਮੇਸ਼ਰ ਨੂੰ ਆਪਾਂ ਜ਼ਿਆਦਾਤਰ ਉਪਮਾ ਇਹ ਦਿੰਦੇ ਆ ਕਿ ਬਈ ਜਿਵੇਂ ਸੂਰਜ ਹੈ, ਸੂਰਜ ਪ੍ਰਕਾਸ਼ਮਾਨ ਹੈ, ਧਰਤੀ ਤੇ ਪ੍ਰਕਾਸ਼ ਕਰਦਾ ਹੈ, ਸੂਰਜ ਅਸਮਾਨ ਵਿੱਚ ਹੈ, ਸੂਰਜ ਆਪ ਨਿਰਲੇਪ ਰਹਿੰਦਾ ਹੈ, ਪਰ ਧਰਤੀ ਉੱਤੇ ਗੰਦਗੀ ਉੱਤੇ ਵੀ ਉਹਦੀ ਧੁੱਪ ਪੈਂਦੀ ਹੈ, ਫੁੱਲਾਂ ਉੱਤੇ ਵੀ ਧੁੱਪ ਪੈਂਦੀ ਹੈ, ਪਾਣੀ ਉੱਤੇ ਵੀ, ਹਰੇਕ ਥਾਂ ਦੇ ਉੱਤੇ ਉਹਦੀ ਧੁੱਪ ਪੈਂਦੀ ਹੈ। ਆਪਾਂ ਸੂਰਜ ਦਾ ਪ੍ਰਮਾਣ ਦਿੰਦੇ ਹਾਂ। ਇਸ ਪ੍ਰਕਾਰ ਕਹਿੰਦੇ ਨੇ ਕਿ ਉਹ ਜਿਹੜਾ ਹੈ ਵਾਹਿਗੁਰੂ, ਉਹਨੂੰ ਉਪਮਾਨ ਪ੍ਰਮਾਣ ਦੇ ਕੇ ਸਿੱਧ ਕਰਨਾ। ਜਿਵੇਂ ਆਕਾਸ਼ ਦੇ ਦੁਆਰਾ ਵੀ ਆਪਾਂ ਪ੍ਰਮਾਣ ਦਿੰਦੇ ਹਾਂ। ਆਕਾਸ਼ ਵਾਸਤਵ ਵਿੱਚ ਜੜ ਰੂਪ ਹੈ, ਬੇਜਾਨ ਹੈ ਆਕਾਸ਼, ਇੱਕ ਜਗ੍ਹਾ ਹੀ ਖੜਾ ਬਸ। ਪਰ ਪ੍ਰਮਾਣ ਦਿੰਦੇ ਆ ਕਿ ਜਿਵੇਂ ਆਕਾਸ਼ ਵਿਆਪਕ ਹੈ, ਇਸ ਤਰ੍ਹਾਂ ਪਰਮੇਸ਼ਰ ਵੀ ਵਿਆਪਕ ਹੈ। ਇਉਂ ਜਦੋਂ ਆਪਾਂ ਆਕਾਸ਼ ਦਾ ਪ੍ਰਮਾਣ ਦਿੰਦੇ ਹਾਂ, ਵਾਹਿਗੁਰੂ ਵਿਆਪਕ ਹੈ ਪਰ ਚੇਤਨ ਹੈ, ਹਿੱਲਣ ਜੁਲਣ ਦੀ ਸ਼ਕਤੀ ਹੈ ਉਹਦੇ 'ਚ। ਆਕਾਸ਼ ਵਿਆਪਕ ਹੈ ਪਰ ਚੇਤਨ ਨਹੀਂ ਹੈ, ਇਹ 'ਚ ਹਿੱਲਣ ਜੁਲਣ ਦੀ ਸ਼ਕਤੀ ਨਹੀਂ ਹੈ। ਇਸ ਪ੍ਰਕਾਰ ਉਹ ਉਪਮਾਨ ਪ੍ਰਮਾਣ ਦੁਆਰਾ ਪ੍ਰਮਾਣ ਦਿੰਦੇ ਨੇ। ਪ੍ਰਮਾਣ ਦੇ ਕੇ ਪਰਮੇਸ਼ਰ ਨੂੰ ਸਿੱਧ ਕਰਨ ਦਾ ਯਤਨ ਕਰਦੇ ਨੇ। ਇਹ ਤਾਂ 6 ਪੱਖ ਵਿਧੀ ਪੱਖ ਵਾਲਿਆਂ ਦੇ ਹੋਣਗੇ, 3 ਪੱਖ ਹੀ ਹੋਏ ਨੇ ਹਲੇ, ਬਾਕੀ ਦੇ 3 ਕੱਲ ਨੂੰ ਸੁਣਾਂਗੇ। ਫਿਰ ਨਿਖੇਧ ਪੱਖ ਵਾਲੇ 6 ਪੱਖਾਂ ਰਾਹੀਂ ਆਪਣਾ ਪੱਖ ਰੱਖਣਗੇ। ਫਿਰ ਮੰਨਣ ਗਿਆਨ ਵਾਲੇ ਆਪਣਾ ਪੱਖ ਰੱਖਣਗੇ। ਉਹ ਸਾਰਿਆਂ ਦਾ ਗਿਆਨ ਆਪਾਂ ਪਹਿਲਾਂ ਲਵਾਂਗੇ, ਫਿਰ ਆਪਾਂ ਨੂੰ ਇੰਨਾ ਕੁ ਪਤਾ ਲੱਗੇਗਾ ਕਿ ਮੰਨਣਾ ਕੀ ਹੁੰਦਾ। ਇਹ ਮੰਨਣ ਉੱਤੇ ਹੀ ਆਪਣਾ ਇੰਨਾ ਵਿਚਾਰ ਹੋ ਜਾਏਗਾ। ਸੋ ਕੋਈ ਲੋਕ ਤਾਂ ਪਰਮੇਸ਼ਰ ਨੂੰ ਇਉਂ ਸਿੱਧ ਕਰਦੇ ਨੇ, ਜਿਵੇਂ ਆਪਾਂ ਹੁਣ 3 ਪ੍ਰਮਾਣਾਂ ਵਿੱਚ ਸੁਣ ਲਿਆ। ਕੋਈ ਦੂਸਰੇ ਪੱਖ ਰਾਹੀਂ ਸਿੱਧ ਕਰਦੇ ਨੇ, ਇਹ ਵੀ ਉਹਦੀ ਸੇਵਾ ਹੀ ਹੈ। ਇਹਨਾਂ ਨੇ ਜਿਨ੍ਹਾਂ ਨੇ ਵਿਧੀ ਪੱਖ ਰਾਹੀਂ ਉਹਦੀ ਸੇਵਾ ਕੀਤੀ ਹੈ, ਉਹਨਾਂ ਨੇ ਵੀ ਮੰਨਣ ਗਿਆਨ ਦੀ ਪ੍ਰਾਪਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਇਹ ਸਿੱਧਾਂ ਨਾਲ ਵਿਚਾਰ ਕਰ ਰਹੇ ਨੇ। ਗੁਰਸਿੱਖਾਂ ਨੂੰ ਵੀ ਇਹੀ ਵਿਚਾਰ ਸੁਣਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੇ ਵੀ। ਕਿਉਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅਰਥ ਖੁਦ ਵੀ ਕੀਤੇ ਨੇ, ਖੁਦ ਹੀ ਤਾਂ ਅਰਥ ਕਰਕੇ ਸੁਣਾ ਰਹੇ ਨੇ ਸਾਰਿਆਂ ਨੂੰ।
ਜੇ ਗੁਰੂ ਨਾਨਕ ਦੇਵ ਜੀ ਇਹਦੇ ਭਾਵ ਨੂੰ ਨਾ ਖੋਲ੍ਹਦੇ ਤਾਂ ਇਹ ਕਿਸੇ ਨੂੰ ਗਿਆਨ ਹੋ ਹੀ ਨਹੀਂ ਸੀ ਸਕਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਇਹ ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰੀ ਜਾਏ ਨਾ, ਜ਼ਿਆਦਾ ਤੋਂ ਜ਼ਿਆਦਾ ਬ੍ਰਹਮ ਗਿਆਨ ਤੱਕ ਜੀਵ ਨੂੰ, ਕਿਉਂ ਜਪਜੀ ਸਾਹਿਬ ਦੇ ਖੁਦੇ ਲਿਖਿਆ ਹੋਇਆ ਕਰਮਖੰਡ, ਧਰਮਖੰਡ, ਸਰਮਖੰਡ, ਆ ਫਿਰ ਸੱਚਖੰਡ, ਇੰਨੀਆਂ ਖੰਡਾਂ ਤੱਕ ਤਾਂ ਲੈ ਜਾਂਦਾ ਜਪਜੀ ਸਾਹਿਬ। ਇਦੋਂ ਗਾਹਾਂ ਹੋਰ ਕੀ ਚਾਹੀਦਾ ਆਪਾਂ ਨੂੰ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੌਲੀ 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 ਜੀਵ ਸੱਚਖੰਡ ਤੱਕ ਆਪਣੇ ਆਪ ਹੀ ਚਲਿਆ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜੀ ਮਹਾਰਾਜ ਸ਼ਰਵਣ ਕਰ ਰਹੇ ਹਾਂ ਜਪਜੀ ਸਾਹਿਬ ਦੇ 5ਵੀਂ ਪੌੜੀ ਦੇ ਵਿੱਚ। ਸੋ ਪ੍ਰਮਾਣ ਨੇ ਕੁਛ, ਜਿਨ੍ਹਾਂ ਪ੍ਰਮਾਣਾਂ ਦੁਆਰਾ ਜਿਨ ਸੇਵਿਆ, ਕਿਸੇ ਨੇ ਕਿਵੇਂ ਉਹਨੂੰ ਸੇਵਾ ਕੀਤੀ, ਕਿਸੇ ਨੇ ਕਿਵੇਂ ਸੇਵਾ ਕੀਤੀ ਹੈ। ਵਿਧੀ ਪੱਖ ਦੇ ਪ੍ਰਮਾਣ ਨੇ 6। ਕਈ ਚੀਜ਼ਾਂ ਭਾਵੇਂ ਆਪ ਜੀ ਲਈ ਨਵੀਆਂ ਸੰਗਤ ਵਾਸਤੇ, ਐਸੀਆਂ ਚੀਜ਼ਾਂ ਜਿਹੜੀਆਂ ਉਹ ਵਿਦਵਾਨ ਛੱਡ ਹੀ ਗਏ ਲਗਭਗ, ਕਿਉਂਕਿ ਉਹ ਕਹਿੰਦੇ ਨੇ ਇੱਕ ਤੇ ਆਪਣਾ ਦਿਮਾਗ ਖਪਾਓ, ਬਹੁਤ ਜ਼ੋਰ ਲੱਗਦਾ ਇਹਨਾਂ ਚੀਜ਼ਾਂ ਤੇ, ਦਿਮਾਗ ਥੱਕ ਜਾਂਦਾ। ਵੀ ਇੱਕ ਜਿਹੜੇ ਸਾਹਮਣੇ ਬੈਠੇ ਆ ਉਹ ਕਹਿੰਦੇ ਕਲਾਸੀਕਲ ਰਾਗ ਵਾਲਿਆਂ ਵਾਂਗੂ, ਜੇ ਕਲਾਸੀਕਲ ਗਾਉਣ ਲੱਗ ਜੇ ਕੋਈ ਰਾਗ, ਲੋਕ ਉੱਠ ਕੇ ਤੁਰਨੇ ਸ਼ੁਰੂ ਹੋ ਜਾਂਦੇ ਵੀ ਇਹ ਤਾਂ ਬੜਾ ਔਖਾ ਹੈ। ਸਿੱਧੀਆਂ ਧਾਰਨਾ ਹੀ ਠੀਕ ਹੈ ਸਾਨੂੰ, ਲੋਕ ਧਾਰਨਾ ਤੇ ਜ਼ਿਆਦਾ ਖੁਸ਼ ਰਹਿੰਦੇ ਨੇ, ਜਾਂ ਆਮ ਜੇ ਰਾਗੀ ਕੀਰਤਨ ਕਰਨ। ਇਹ ਚੀਜ਼ਾਂ ਸਾਰੀਆਂ ਬੜੀਆਂ ਮਹਿੰਗੀਆਂ ਹਨ। ਜੇ ਹੌਲੀ ਹੌਲੀ ਆਪਾਂ ਇੰਨਾ ਡੂੰਘਾ ਗਿਆਨ ਛੱਡਦੇ ਗਏ ਨਾ, ਤਾਂ ਇੱਕ ਦਿਨ ਆਪਾਂ ਬਿਲਕੁਲ ਹੀ ਅਗਿਆਨ ਵਿੱਚ ਹੀ ਚਲੇ ਜਾਵਾਂਗੇ। ਫਿਰ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਚਰਚਾ ਕਰਦੇ ਨੇ, ਨਾਲ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਕਿ ਵਿਧੀ ਪੱਖ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਨੇ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ। ਸੋ ਮਹਾਰਾਜ ਨੇ ਪਹਿਲਾਂ 3 ਪ੍ਰਮਾਣ ਆਪਾਂ ਨੂੰ ਸੁਣਾਏ ਨੇ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ। ਇਹ 3 ਪ੍ਰਮਾਣ ਆਪਾਂ ਕੱਲ ਸ਼ਰਵਣ ਕੀਤੇ ਨੇ। ਹੁਣ ਇਸ ਦੇ ਵਿੱਚ ਚੌਥਾ ਪ੍ਰਮਾਣ ਜਿਹੜਾ ਉਹ ਸ਼ਬਦਾਪਤੀ ਪ੍ਰਮਾਣ ਹੈ। ਸ਼ਬਦਾਪਤੀ, ਦੇਖੋ ਸ਼ਬਦ ਨਾਲ ਯਕੀਨ ਆਉਣਾ ਕਿ ਕੋਈ ਲੜਕਾ ਕਿਸੇ ਦਾ ਮਿਲਟਰੀ 'ਚ ਭਰਤੀ ਹੋਇਆ, ਉਹਦਾ ਦੋਸਤ ਮਿਲਟਰੀ 'ਚੋਂ ਛੁੱਟੀ ਤੋਂ ਆਇਆ ਜਦੋਂ, ਤਾਂ ਉਸੇ ਪਿੰਡ ਵਿੱਚ ਉਹ ਦੂਸਰੇ ਲੜਕੇ ਦਾ ਪਿਤਾ ਵੀ ਰਹਿੰਦਾ, ਪਰਿਵਾਰ ਨੂੰ ਮਿਲਣ ਗਿਆ, ਜਾ ਕੇ ਕਹਿਣ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ। ਇਹਨੂੰ ਕਹਿੰਦੇ ਨੇ ਸ਼ਬਦਾਪਤੀ ਪ੍ਰਮਾਣ। ਘਰਦਿਆਂ ਨੂੰ ਸੁਣ ਕੇ ਹੀ ਯਕੀਨ ਆ ਗਿਆ, ਸੁਣਨ ਨਾਲ ਹੀ, ਸ਼ਬਦ ਸੁਣਨ ਨਾਲ ਹੀ ਯਕੀਨ ਆ ਗਿਆ ਵੀ ਸਾਡਾ ਲੜਕਾ ਸੂਬੇਦਾਰ ਬਣ ਗਿਆ। ਔਰ ਉਹਨਾਂ ਨੇ ਉਸੇ ਖੁਸ਼ੀ ਵਿੱਚ ਮਠਿਆਈ ਵੰਡੀ, ਅਖੰਡ ਪਾਠ ਕਰਾਇਆ। ਕੋਈ ਪੁੱਛੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ? ਕਹਿੰਦੇ ਉਹ ਫਲਾਣੇ ਬੰਦੇ ਨੇ ਆ ਕੇ ਕਿਹਾ। ਕਹਿੰਦੇ ਉਹਦੇ ਕਿਵੇਂ ਯਕੀਨ ਕਰ ਲਿਆ? ਕਹਿੰਦੇ ਉਹਦੀ ਪਲਟਣ ਵਿੱਚ ਹੈ, ਇਸ ਕਰਕੇ ਹੈ। ਇਹਨੂੰ ਸ਼ਬਦਾਪਤੀ ਪ੍ਰਮਾਣ ਕਹਿੰਦੇ ਨੇ। ਜੇ ਕੋਈ ਹੋਰ ਬੰਦਾ ਆ ਕੇ ਕਹੇ, ਪਿੰਡ ਦਾ ਜਾਂ ਆਸੇ ਪਾਸਿਓਂ ਕਹੇ, ਉਹਦੇ ਤੇ ਯਕੀਨ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਦੋਂ ਸਤਿਗੁਰੂ ਜੀ ਕੋਈ ਸ਼ਬਦ ਕਹਿੰਦੇ ਨੇ ਬ੍ਰਹਮ ਦੇ ਬਾਰੇ, ਤਾਂ ਉਦੋਂ ਆਪਾਂ ਨੂੰ ਯਕੀਨ ਹੋ ਜਾਂਦਾ। ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਰਬ ਵਿਆਪਕ ਹੈ, ਉਹ ਪਰਿਪੂਰਨ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਇਹ ਸਾਰੇ ਸਤਿਗੁਰੂ ਮਹਾਰਾਜ ਦੇ ਸ਼ਬਦ ਪ੍ਰਮਾਣ ਨੇ। ਸ਼ਬਦ ਕਰਕੇ ਯਕੀਨ ਦਾ ਆਉਣਾ, ਇਹ ਵਿਧੀ ਪੱਖ ਵਾਲਿਆਂ ਨੇ ਸ਼ਬਦ ਰਾਹੀਂ ਯਕੀਨ ਨੂੰ ਜਾਣਿਆ। ਸੋ ਇਸੇ ਪ੍ਰਕਾਰ ਇਹ ਸ਼ਬਦ ਰਾਹੀਂ ਆਪਾਂ ਨੂੰ ਗੁਰਬਾਣੀ ਰਾਹੀਂ ਭਰੋਸਾ ਪੈਂਦਾ ਕਿ ਅਕਾਲ ਪੁਰਖ ਹੈ। ਦੇਖਿਆ ਤਾਂ ਨਹੀਂ ਹੈ ਕਿਸੇ ਨੇ, ਪਰ ਹੈ। ਸਤਿਗੁਰੂ ਦੇ ਸ਼ਬਦ ਰਾਹੀਂ ਆਪਾਂ ਨੂੰ ਯਕੀਨ ਆਉਂਦਾ। 5ਵਾਂ ਪ੍ਰਮਾਣ ਜਿਹੜਾ ਹੈਗਾ ਉਹ ਹੈਗਾ ਅਰਥਾਪਤੀ ਪ੍ਰਮਾਣ। ਚੀਜ਼ ਦਾ ਅਰਥ ਕੱਢ ਲੈਣਾ। ਅਰਥਾਪਤੀ ਪ੍ਰਮਾਣ ਇਸ ਪ੍ਰਕਾਰ ਹੁੰਦਾ ਹੈ, ਜਿਵੇਂ ਕੋਈ ਬੰਦਾ ਦਿਨ ਵੇਲੇ ਭੋਜਨ ਨਹੀਂ ਕਰਦਾ, ਉਹ ਲੋਕਾਂ ਨੂੰ ਕਹਿੰਦਾ ਮੈਂ ਤਾਂ ਰੋਟੀ ਛੱਡੀ ਹੋਈ ਹੈ, ਪਰ ਰਾਤ ਨੂੰ ਚੋਰੀ ਛੁਪੇ ਰੋਟੀ ਖਾਂਦਾ, ਚੰਗੀਆਂ ਚੀਜ਼ਾਂ ਖਾਂਦਾ, ਤੇ ਫਿਰ ਉਹ ਦਿਨੋਂ ਦਿਨ ਭਾਰਾ ਵੀ ਹੁੰਦਾ ਜਾਂਦਾ। ਲੋਕ ਅੰਦਾਜ਼ਾ ਲਾਉਂਦੇ ਨੇ ਵੀ ਇਹ ਬੰਦਾ ਵੈਸੇ ਤਾਂ ਸਾਨੂੰ ਕਹਿੰਦਾ ਮੈਂ ਖਾਂਦਾ ਕੁਛ ਨਹੀਂ,
पर ये भारा हुंदा जांदा जां शरीर इहदा मोटा रोटी छड्ड के तो बंदा पतला हो जांदा। इस करके जरूर ये लोके चीज़ खांदा होना। जिवें हजूर साहब बाबा गुरबचन सिंह जी खालसा गए तां उत्थे कहंदे जी एक इत्थे बाबा जी आए ने बड़ी देर दे, इत्थे झोंपड़ी च रहिंदे ने, कुछ नहीं खांदे, ओह पाउणहारी ने। अंतरजामता सी महापुरुषां नूं कहंदे चलो आपां चल के देखीए। जदों उहदे कोल गए बड़ी दुनिया, इन्नी लाइनां लगियां लोकां दीयां बई बाबा जी दे दर्शन करने, कुछ खांदे नहीं। महापुरुषां ने उहदा जिहड़ा चेला सी उहनूं बुला के कहंदे महापुरुष खांदे नहीं कुछ? कहना नहीं खांदे नहीं। कोई कहंदे कुछ तां खांदे होणे, बस जी आ वैसे एक 2-3 किलो दुੱਧ, 4 किलो ਵੱਧ ਤੋਂ ਉਬਾਲਣਾ ਰੱਖ ਦਈਦਾ, ਉਹ 'ਚ ਪਾਈਆ ਗਿਰੀਆਂ ਬਦਾਮ ਦੀਆਂ, ਪਾਈਆ ਸੌਗੀ, ਪਾਈਆ ਕਾਜੂ ਤੇ ਉਹ ਦੂਜਾ ਤੀਜਾ ਕਰਕੇ ਪਾ ਕੇ ਉਬਾਲਦੇ ਰਹੀਦਾ। ਉਬਾਲਦੇ ਜਾਂ ਇੱਕ ਗਲਾਸ ਰਹਿ ਜਾਂਦਾ ਨਾ ਕੜੇ ਵਾਲਾ, ਇਹ 24 ਘੰਟੇ 'ਚ ਇੱਕ ਗਲਾਸ ਪੀਂਦੇ ਆ। ਮਹਾਂਪੁਰਸ਼ ਕਹਿੰਦੇ ਵੀ ਇਹਨੂੰ ਰੋਟੀ ਦੀ ਕੀ ਲੋੜ ਆ? ਇਸ ਕਰਕੇ ਸੰਸਾਰ ਨੂੰ ਧੋਖਾ ਦੇਣਾ ਤੇ ਦੁਨੀਆ ਨੂੰ ਪਤਾ ਲੱਗ ਹੀ ਜਾਂਦਾ। ਇਸੇ ਪ੍ਰਕਾਰ ਜੇ ਕੋਈ ਕਹੇ ਪਰਮੇਸ਼ਰ ਹੈ ਹੀ ਨਹੀਂ, ਭਗਤ ਕਬੀਰ ਜੀ ਨੂੰ ਉਹਨਾਂ ਦਾ ਇੱਕ ਪਿੰਡ ਦਾ ਹੀ ਰਹਿਣ ਵਾਲਾ ਬੰਦਾ ਸੀ, ਕਹਿੰਦਾ ਰੱਬ ਰੁੱਬ ਕੋਈ ਨਹੀਂ ਹੈ, ਐਵੇਂ ਲੋਕ ਮਾਰਦੇ ਗੱਲਾਂ, ਤੁਸੀਂ ਵੀ ਐਵੇਂ ਮਾਰਦੇ। ਭਗਤ ਕਬੀਰ ਜੀ ਕਹਿਣ ਲੱਗੇ ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਣ ਹਾਰੇ। ਕਹਿੰਦੇ ਉਹ ਗੱਲ ਸੁਣ, ਤੂੰ ਕਹਿੰਦਾ ਪਰਮੇਸ਼ਰ ਹੈ ਨਹੀਂ, ਆ ਜਿਹੜੇ ਅਸਮਾਨ ਵਿੱਚ ਤਾਰੇ ਲੱਗੇ ਹੋਏ ਨੇ ਇਹ ਕਿਹਨੇ ਲਾਏ ਨੇ? ਇੰਨੇ ਤਾਰੇ ਨੇ, ਅਸਮਾਨ ਐਡਾ ਵੱਡਾ, ਹਿਮਾਲਿਆ ਪਰਬਤ ਹੈ, ਸਮੁੰਦਰ ਹੈ, ਧਰਤੀ ਹੈ, ਹੋਰ ਧਰਤੀਆਂ ਨੇ, ਸੂਰਜ ਹੈ, ਚੰਦਰਮਾ ਹੈ, ਐਡੀ ਵੱਡੀ ਸ੍ਰਿਸ਼ਟੀ ਹੈ, 84 ਲੱਖ ਜੂਨ ਹੈ, ਉਹ ਇਹ ਕਿਹਨੇ ਬਣਾਤੀਆਂ? ਇਹਦਾ ਮਤਲਬ ਰੱਬ ਹੈ ਹੀ ਨਹੀਂ। ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਆਹ ਜਿਹੜੇ ਲੋਕ ਤੁਰੇ ਫਿਰਦੇ ਨੇ, ਬੈਠਦੇ ਉੱਠਦੇ ਨੇ, ਖਾਂਦੇ ਪੀਂਦੇ ਨੇ, ਚੇਤਨ ਸੱਤਾ ਕੰਮ ਕਰਦੀ ਹੈ। ਪਸ਼ੂ ਪੰਛੀ ਉੜੇ ਫਿਰਦੇ ਨੇ, ਸਭ ਪਸ਼ੂ ਤੁਰੇ ਫਿਰਦੇ ਨੇ, ਪੰਛੀ ਉੜੇ ਫਿਰਦੇ ਨੇ। ਆ ਜਿਹੜੇ ਖੇਤੀ ਕਿਵੇਂ ਹੋ ਜਾਂਦੀ ਹੈ? ਆਪਣੇ ਆਪ ਹੀ ਦਰਖਤਾਂ ਨੂੰ ਫਲ ਲੱਗ ਜਾਂਦੇ ਨੇ, ਆਪਣੇ ਆਪ ਹੀ ਹਰੇਕ ਚੀਜ਼ ਵੱਧਦੀ ਹੈ। ਇਹ ਕਿੱਥੋਂ ਵੱਧ ਜਾਂਦੀ ਹੈ? ਬੱਦਲ ਕਿੱਥੋਂ ਆ ਜਾਂਦੇ, ਆਪਣੇ ਆਪ ਬਰਸਾਤ ਕਰ ਦਿੰਦੇ ਨੇ। ਇਹਦਾ ਮਤਲਬ ਕਿ ਉਹ ਪਰਮੇਸ਼ਰ ਹੈ, ਨਾ ਹੁੰਦਿਆਂ ਹੋਇਆਂ ਵੀ, ਨਾ ਦਿਖਦਿਆਂ ਹੋਇਆਂ ਵੀ ਉਹਨੂੰ ਆਪਾਂ ਕੁਦਰਤ ਦੁਆਰਾ ਦੇਖਦੇ ਹਾਂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਮਘਾਲਿਆ ਵਾਲੀ ਸਾਈਡ ਤੇ ਜਦੋਂ ਮਹਾਰਾਜ ਗਏ, ਇੱਕ ਉਧਰ ਜ਼ਿਮੀਂਦਾਰ ਕਹਿਣ ਲੱਗਿਆ ਤੁਸੀਂ ਕਹਿੰਦੇ ਹੋ ਕਿ ਕਰਤਾਰ ਕਰਦਾ ਸਾਰਾ ਕੁਝ, ਉਹਦੀ ਕੁਦਰਤ ਕਰਦੀ ਹੈ, ਕਿਰਪਾ ਕਰਕੇ ਕਰਤਾਰ ਦਿਖਾਓ। ਮਹਾਰਾਜ ਕਹਿੰਦੇ ਕਰਤਾਰ ਤਾਂ ਸਰਬ ਵਿਆਪਕ ਹੈ। ਦੇਖ ਲੈ, ਸਰਬ ਵਿਆਪਕ ਦਿਖ ਰਿਹਾ ਉਹ ਤਾਂ। ਫਿਰ ਉਹਦੀ ਕੁਦਰਤ ਕੀ ਚੀਜ਼ ਹੋਈ? ਕਹਿੰਦੇ ਕੁਦਰਤ ਵੀ ਦਿਖਾ ਦਿੰਦੇ। ਕਹਿੰਦੇ ਕਣਕ ਪੈਦਾ ਨਹੀਂ ਹੁੰਦੀ ਸਾਡੇ ਇਲਾਕੇ ਵਿੱਚ। ਅਸਲ ਗੱਲ ਇਹ ਸੀ, ਕਣਕ ਨਹੀਂ ਸੀ ਹੁੰਦੀ ਉੱਥੇ। ਉੱਥੋਂ ਦਾ ਰਾਜਾ ਕਹਿੰਦਾ ਸੀ ਮੈਂ ਮੰਤਰ ਪੜ੍ਹ ਕੇ ਬਰਸਾਤ ਕਰਾਊਂਗਾ, ਫਿਰ ਕਣਕ ਹੋਊਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਤੇਰੇ ਘਰੇ ਕਣਕ ਦੇ ਕੁਝ ਦਾਣੇ ਪਏ ਨੇ? ਕਹਿੰਦੇ ਹਾਂ ਮਹਾਰਾਜ ਕੁਛ ਕੁ ਪਏ ਨੇ। ਕਹਿੰਦੇ ਜਾ ਲੈ ਕੇ ਆ। ਜਦੋਂ ਕਣਕ ਦੇ ਦਾਣੇ ਘਰੋਂ ਲਿਆ ਰਿਹਾ, ਲੋਕ ਕਹਿੰਦੇ ਉਹ ਜਿਹੜੇ 4 ਦਾਣੇ ਪਏ ਵੀ ਖਰਾਬ ਕਰ ਲੇਗਾ, ਸਾਧੂ ਸੰਤਾਂ ਨੇ ਕੀ ਕਰਨਾ ਹੈ? ਪਰ ਉਹ ਬੰਦਾ ਮਹਾਰਾਜ ਦੇ ਆਖੇ ਲੱਗ ਕੇ ਲੈ ਗਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਜਾ ਆਪਣੇ ਖੇਤ ਵਿੱਚ ਛਿੱਟਾ ਦੇ ਦੇ। ਦਾਣਿਆਂ ਦਾ ਛਿੱਟਾ ਦੇਤਾ। ਕਹਿੰਦੇ ਹੁਣ ਸਵੇਰੇ ਆ ਜੀ। ਜਦੋਂ ਸਵੇਰੇ ਆਇਆ ਤੇ ਕਣਕ ਖੇਤ ਦੇ ਵਿੱਚ ਲਹਿ ਲਹਿ ਕਰਦੀ ਖੜੀ ਹੈ। ਤੁਸੀਂ ਵੀ ਹੈਰਾਨ ਹੋਵੋਗੇ, ਸ਼ਾਮ ਨੂੰ ਬੀਜ ਬੀਜਿਆ, ਸਵੇਰ ਤੱਕ ਕਣਕ ਉੱਗ ਗਈ। ਇਹ ਤਾਂ ਸ਼ਾਮ ਤੋਂ ਸਵੇਰ ਤੱਕ 12-14 ਘੰਟੇ ਦਾ ਸਮਾਂ ਹੈ। ਪਰਮੇਸ਼ਰ ਤਾਂ ਸ੍ਰਿਸ਼ਟੀ ਨੂੰ ਇੱਕ ਛਿਨ ਵਿੱਚ ਰਚਦਾ। ਇਹ 'ਚ ਹੈਰਾਨਗੀ ਦੀ ਕਿਹੜੀ ਗੱਲ ਆ? ਪਰਮੇਸ਼ਰ ਨੇ ਆਪ ਕਹਿ ਕੇ ਕਣਕ ਬਿਜਵਾਈ ਹੈ, ਤੇ ਉਹਨੂੰ ਕੀ ਔਖਾ? ਉਹ ਭਾਵੇਂ ਉਸੇ ਟਾਈਮ ਸਾਹਮਣੇ ਹੀ ਕਰ ਦਿੰਦਾ ਉਹਦੇ। ਜਦੋਂ ਆ ਕੇ ਜ਼ਿਮੀਂਦਾਰ ਨੇ ਕਿਹਾ ਕਮਾਲ ਹੈ, ਰਾਤ ਬੀਜਿਆ ਤੇ ਸਵੇਰੇ ਉੱਗ ਵੀ ਗਈ ਕਣਕ। ਕਹਿੰਦੇ ਮਹਾਰਾਜ ਕਹਿੰਦੇ ਇਸੇ ਨੂੰ ਕੁਦਰਤ ਕਹਿੰਦੇ ਆ। ਕਹਿੰਦੇ ਮਹਾਰਾਜ ਹੋਰ ਦਿਖਾਓ। ਸਤਿਗੁਰੂ ਕਹਿੰਦੇ ਕਣਕ ਦਾ ਬੂਟਾ ਪੱਟ ਕੇ ਲਿਆ, ਤੇ ਬੂਟਾ ਪੱਟਣ ਲੱਗਿਆ, ਬੂਟੇ ਥੱਲੇ ਅੱਗ ਬਲਦੀ ਹੈ, ਉੱਥੇ ਹੀ ਬੂਟਾ ਛੱਡ ਕੇ ਦੌੜਿਆ। ਮਹਾਰਾਜ ਬੂਟਿਆਂ ਥੱਲੇ ਤਾਂ ਅੱਗ ਬਲ ਰਹੀ ਆ। ਮਹਾਰਾਜ ਕਹਿੰਦੇ ਇਸੇ ਨੂੰ ਕੁਦਰਤ ਕਹਿੰਦੇ ਆ। ਇਸ ਕਰਕੇ ਉਹ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਕਰਕੇ ਅਕਾਲ ਪੁਰਖ ਨੂੰ ਆਪਾਂ ਜਾਣਦੇ ਹਾਂ, ਉਹਦੀਆਂ ਨਿਸ਼ਾਨੀਆਂ ਆਪਾਂ ਨੂੰ ਸਾਹਮਣੇ ਆ ਜਾਂਦੀਆਂ ਨੇ। ਇਉਂ ਅਰਥਾਪਤੀ ਪ੍ਰਮਾਣ ਦੁਆਰਾ ਅਕਾਲ ਪੁਰਖ ਨੂੰ ਮੰਨਣ ਕਰਨ ਵਾਲੇ ਮੰਨਦੇ ਨੇ। ਇੱਕ 6ਵਾਂ ਪ੍ਰਮਾਣ ਹੁੰਦਾ ਅਈ ਤੇਜਕ ਪ੍ਰਮਾਣ, ਜਾਂ ਅਨ ਉਪਲਬਧੀ ਪ੍ਰਮਾਣ ਵੀ ਕਹਿੰਦੇ ਨੇ ਇਹਨੂੰ। ਇਹ ਜਿਹੜਾ ਪ੍ਰਮਾਣ ਹੈ ਇਸ ਤਰ੍ਹਾਂ ਹੁੰਦਾ ਜਿਵੇਂ ਵੇਦਾਂ ਸ਼ਾਸਤਰਾਂ ਵਿੱਚ ਕਿਸੇ ਧਾਰਮਿਕ ਗ੍ਰੰਥ ਵਿੱਚ ਕਿਤੇ ਕੁਝ ਨਹੀਂ ਲਿਖਿਆ ਹੋਇਆ ਕਿਸੇ ਚੀਜ਼ ਬਾਰੇ।
ਪਰ ਇੱਕ ਗੱਲ ਆਮ ਲੋਕਾਂ ਵਿੱਚ ਪ੍ਰਚਲਿਤ ਹੁੰਦੀ ਹੈ, ਸ਼ਹਿਰਾਂ ਵਿੱਚ ਤਾਂ ਇਹ ਗੱਲ ਘੱਟ, ਆਮ ਪਿੰਡਾਂ 'ਚ ਇਹੀਆਂ ਗੱਲਾਂ ਹੁੰਦੀਆਂ। ਪੁਰਾਣਾ ਕੋਈ ਦਰਖਤ ਖੜਾ ਹੈ, ਬੋਹੜ ਦਾ, ਪਿੱਪਲ ਦਾ, 5-4 ਦਰਖਤ ਖੜੇ, ਪਿੰਡਾਂ ਦੇ ਲੋਕ ਕਹਿਣਗੇ ਉੱਧਰ ਨਾ ਜਾਇਓ, ਉੱਥੇ ਭੂਤ ਪ੍ਰੇਤ ਰਹਿੰਦਾ। ਦੂਜਾ, ਤੀਜਾ, ਚੌਥਾ ਲੋਕ ਜਾਣ ਵੀ ਹਟ ਜਾਂਦੇ ਉੱਥੇ। ਇਉਂ ਦੇਖਾ ਦੇਖੀ ਸਾਰੇ ਕਹੀ ਜਾਂਦੇ ਨੇ, ਲਿਖਿਆ ਕਿਤੇ ਵੀ ਨਹੀਂ ਹੈ, ਨਾ ਹੀ ਕਿਸੇ ਨੂੰ ਪਤਾ ਹੈ। ਤੇ ਇਸ ਤਰ੍ਹਾਂ ਦਾ ਇੱਕ ਪ੍ਰਮਾਣ ਹੁੰਦਾ, ਇਹਨੂੰ ਅਤੇਜਕ ਪ੍ਰਮਾਣ ਕਹਿੰਦੇ ਨੇ। ਇਉਂ ਹੀ ਮਹਾਰਾਜ ਕਹਿੰਦੇ, ਸਾਰੇ ਹੀ ਕਹਿੰਦੇ ਨੇ, 4 ਪੁਕਾਰ ਹੈ ਨਾ ਤੂੰ ਮੰਨ ਹੈ। ਚਾਰੇ ਵੇਦ ਪੁਕਾਰ ਕੇ ਕਹਿੰਦੇ ਰੱਬ ਹੈ, ਫਿਰ ਵੀ ਨਹੀਂ ਬੰਦਾ ਮੰਨਦਾ। ਉਹ ਜਦ 4 ਵੇਦ ਕਹਿੰਦੇ ਨੇ ਫਿਰ ਵੀ ਨਹੀਂ ਮੰਨਦਾ। ਖੱਟ ਪੀ ਏਕਾ ਬਾਤ ਵਖਾਨਾ ਹੈ, 6 ਸ਼ਾਸਤਰ ਵੀ ਉਹੀ ਗੱਲ ਕਹਿੰਦੇ ਰੱਬ ਹੈ। ਉਹ ਰੱਬ ਹੈਗਾ ਭਾਈ, ਫਿਰ ਵੀ ਯਕੀਨ ਨਹੀਂ ਆਇਆ। 10 ਅਸ਼ਟੀ ਮਿਲ ਏਕੋ ਕਹਿਆ, 10 ਤੇ 8 18 ਪੁਰਾਣ ਵੀ ਕਹਿੰਦੇ ਰੱਬ ਹੈਗਾ। ਤਾਂ ਵੀ ਜੋਗੀ ਭੇਦ ਨਾ ਲਹਿਆ, ਤਾਂ ਵੀ ਇਸ ਨੇ ਭੇਦ ਨਹੀਂ ਪਾਇਆ। ਤਾਂ ਵੀ ਜੋਗੀ ਤੂੰ ਭੇਦ ਨਹੀਂ ਜਾਣਿਆ, ਤਾਂ ਵੀ ਤੂੰ ਬੰਦਿਆ ਭੇਦ ਨਹੀਂ ਜਾਣਿਆ। ਜੇ ਤੈਨੂੰ ਸੁਤੇ ਸਿੱਧ ਕੋਈ ਕਹਿ ਦੇ ਨਾ ਵੀ ਇੱਥੇ ਭੂਤ ਰਹਿੰਦਾ, ਉਹ ਤੇ ਯਕੀਨ ਕਰ ਲੈਂਦਾ ਬੰਦਾ, ਇੱਥੇ ਬਈ ਬੜਾ ਡਰ ਵਾਲੀ ਗੱਲ ਆ। ਲਿਖ ਮਾੜੀ ਜੀ ਤੁਸੀਂ ਕਿਸੇ ਨੂੰ ਕਹਿ ਦਿਓ ਨਾ ਵੀ ਆਹ ਮਕਾਨ ਵਿੱਚ ਤਾਂ ਬੜਾ ਖਤਰਾ, ਉੱਥੇ ਮੰਨ ਲੈਂਦੇ। ਜੇ ਕਹੋ ਵੀ ਰੱਬ ਇੱਥੇ ਆ, ਫੇਰ ਨਹੀਂ ਮੰਨਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਤੇਜਕ ਪ੍ਰਮਾਣ ਵਾਲਿਆਂ ਨੇ ਪਰਮਾਤਮਾ ਨੂੰ ਵੇਦਾਂ ਸ਼ਾਸਤਰਾਂ ਕਰਕੇ, ਗੁਰਬਾਣੀ ਕਰਕੇ, ਬਾਣੀ ਕਰਕੇ, ਸ਼ਰਵਣ ਕਰਕੇ ਹੀ ਨਿਸ਼ਚਾ ਕਰ ਲਿਆ। ਉਹ ਸੁਣਨ ਨਾਲ ਹੀ ਨਿਸ਼ਚਾ ਕਰ ਲੈਂਦੇ ਨੇ। ਇਹ ਤਾਂ ਵਿਧੀ ਪੱਖ ਦੁਆਰਾ ਜਿਹੜੇ ਲੋਕ ਮੰਨਦੇ ਨੇ। ਹੁਣ ਇੱਕ ਇਹਨਾਂ ਦਾ ਖੰਡਨ ਕਰੀ ਜਾਂਦੇ ਨੇ, ਵਿਧੀ ਪੱਖ ਵਾਲਿਆਂ ਦਾ ਖੰਡਨ ਕਰਦੇ ਨਿਖੇਧ ਪੱਖ ਵਾਲੇ। ਹੁਣ ਉਹ ਪਹਿਲੇ ਪ੍ਰਮਾਣ ਤੋਂ ਹੀ ਫੇਰ ਲੈਂਦੇ ਨੇ ਇਸ ਨੂੰ। ਜਿਵੇਂ ਆਪਾਂ ਪਹਿਲਾ ਪ੍ਰਮਾਣ ਦਿੱਤਾ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਵਿੱਚ ਆਪਾਂ ਦੱਸਿਆ ਕਿਵੇਂ ਪਰਮੇਸ਼ਰ ਨੂੰ ਜਾਣਦੇ ਨੇ। ਜਿਹੜੇ ਨਿਖੇਧ ਪੱਖ ਵਾਲੇ ਨੇ ਉਹ ਕਹਿੰਦੇ ਪ੍ਰਤੱਖ ਪ੍ਰਮਾਣ ਦੁਆਰਾ ਪਰਮੇਸ਼ਰ ਨੂੰ ਦੇਖਿਆ ਹੀ ਨਹੀਂ ਜਾ ਸਕਦਾ। ਕਿਵੇਂ? ਕਿਉਂਕਿ ਜਿਹੜੀਆਂ ਇੰਦਰੀਆਂ ਨੇ ਸਾਡੀਆਂ, ਇਹਨਾਂ 'ਚ ਅੱਖਾਂ ਜਿਹੜੀਆਂ ਨੇ, ਅੱਖਾਂ ਦਾ ਅਵਿਸ਼ੇ ਹੈ ਪਰਮਾਤਮਾ। ਅੱਖਾਂ ਦਾ ਵਿਸ਼ਾ ਤਾਂ ਹੈ ਸੰਸਾਰ, ਦੁਨੀਆ, ਪਦਾਰਥ, ਪਰ ਅੱਖਾਂ ਦਾ ਅਵਿਸ਼ਾ ਹੈ ਪਰਮਾਤਮਾ। ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਅੱਖਾਂ ਨਾਲ ਧੂਆਂ ਦੇਖ ਕੇ ਤਾਂ ਅੱਗ ਦਾ ਅਨੁਮਾਨ ਲਾਇਆ ਜਾ ਸਕਦਾ ਹੈ, ਪਰ ਜਿਹੜਾ ਬ੍ਰਹਮ ਅਕਾਲ ਪੁਰਖ ਨਿਰਾਕਾਰ ਹੈ, ਸਰਬ ਵਿਆਪਕ ਹੈ, ਉਸ ਅਕਾਲ ਪੁਰਖ ਦਾ ਅਨੁਮਾਨ ਇਹਨਾਂ ਅੱਖਾਂ ਨਾਲ ਕਿਵੇਂ ਲਾ ਸਕਦੇ ਹਾਂ ਆਪਾਂ? ਇਹ ਅੱਖਾਂ ਤਾਂ ਸਥੂਲ ਚੀਜ਼ ਨੂੰ ਦੇਖ ਸਕਦੀਆਂ ਨੇ, ਸੂਖਮ ਚੀਜ਼ ਨੂੰ ਇਹ ਅੱਖਾਂ ਨਹੀਂ ਦੇਖ ਸਕਦੀਆਂ। ਇਸ ਕਰਕੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਪ੍ਰਮਾਣ ਹੈ ਇਹਨੂੰ ਨਿਖੇਧ ਕਰਦੇ ਹਾਂ, ਨਿਸ਼ੇਧ ਕਰਦੇ ਹਾਂ, ਇਉਂ ਨਹੀਂ ਉਹ ਜਾਣਿਆ ਜਾ ਸਕਦਾ। ਫਿਰ ਕਹਿੰਦੇ ਦੂਸਰਾ ਪ੍ਰਮਾਣ ਜਿਹੜਾ ਅਨੁਮਾਨ ਪ੍ਰਮਾਣ, ਅਨੁਮਾਨ ਲਗਾਇਆ ਜਾ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ।